लगातार गूगल ते सर्च किया जा रहा है कि आखिर कौन सी भाई बलविंदर सिंह जटाणा जिसका जिक्र जड़ा है SYL गीत दे विच सिद्धू मूसेवाले दे वल्लों कीता गया। मैं उस टाइम दिल्ली सी, सानू कोई ना कोई दस दिंदा सी भी हालात ज़्यादा खराब आ तुहाडे पर ये हो जू 29 दी रात ते 30 तरीक के तड़के ये वाक़या होया। मैं चाह बनाउण चली गई तो जदों उन्होंने फिर दस्सिया भूआ जी भी तुहाडा तां सारा परिवार ही मार दिता। हालात घर ते सारा घर काला होया पिया सी, अग दे नाल जलिया वा सी। कि पूरा परिवार हजे पहुंचा नहीं सीगा, पहले ही संस्कार कराता सीगा। परिवार कित्थे पहुंचे जी? हाँ जी, अंदर वड़ के मारे, अंदर ही गए सी सारे। दरवाजा खोलदी सार मतलब गोलियां मारियां सी उन्होंने, वो दरवाजे विच उच्ची गिर गया। ऊपर बिस्तरे सुट दिते उन्होंने, बिस्तरे सुट के मेरा जिहड़ा बेटा सी वो बिल्कुल ये सड़ गया। हर कोई ये कहता हुण पता नहीं भाई पक्खियां दी ਉਹਦੇ ਵਿੱਚ ਕਿਹੜੇ ਕੁਝ ਪਤਾ ਲੱਗਦਾ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਕਮਲਦੀਪ ਕੌਰ। ਤਾਂ ਸਿੱਧੂ ਮੂਸੇਵਾਲੇ ਦੇ ਗੀਤ SYL ਨੂੰ ਦੁਨੀਆ ਭਰ ਦੇ ਵਿੱਚ ਸੁਣਿਆ ਜਾ ਰਿਹਾ ਹੈ। ਤਾਂ ਗੀਤ ਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦਾ ਨਾਮ ਆਉਂਦਾ ਹੈ। ਹਾਲਾਂਕਿ ਪਹਿਲਾਂ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਸੀ। ਹੋ ਸਕਦਾ ਕਿ ਟਾਵਾ ਕੋਈ ਬੰਦਾ ਜਿਹੜਾ ਬਲਵਿੰਦਰ ਸਿੰਘ ਜਟਾਣਾ ਨੂੰ ਜਾਣਦਾ ਹੋਵੇ, ਪਰ ਅੱਜ ਕੱਲ ਜਿਹੜਾ ਸਰਚ ਹੋ ਰਿਹਾ ਲਗਾਤਾਰ ਗੂਗਲ ਤੇ ਸਰਚ ਕੀਤਾ ਜਾ ਰਿਹਾ ਕਿ ਆਖਿਰ ਕੌਣ ਸੀ ਭਾਈ ਬਲਵਿੰਦਰ ਸਿੰਘ ਜਟਾਣਾ ਜਿਸ ਦਾ ਜ਼ਿਕਰ ਜਿਹੜਾ ਹੈਗਾ SYL ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਵੱਲੋਂ ਕੀਤਾ ਗਿਆ। ਤਾਂ ਅਸੀਂ ਪੂਰੀ ਕਹਾਣੀ ਜਾਣਾਂਗੇ ਕਿ ਆਖਿਰ ਕਿਵੇਂ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪੂਰੇ ਪਰਿਵਾਰ ਨੂੰ ਅੱਗ ਲਾ ਕੇ ਜਿਹੜਾ ਹੈਗਾ ਸਾੜ ਦਿੱਤਾ ਗਿਆ ਸੀ ਅਜੀਤ ਪੂਲਾ ਦੇ ਵੱਲੋਂ ਤੇ ਉਸਦੇ ਸਾਥੀਆਂ ਦੇ ਵੱਲੋਂ। ਤਾਂ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦੇ ਭੈਣ ਸੁਰਿੰਦਰ ਕੌਰ ਸਾਡੇ ਨਾਲ ਹੈਗੇ ਨੇ, ਪੂਰੀ ਅਸੀਂ ਗੱਲਬਾਤ ਉਹਨਾਂ ਦੇ ਨਾਲ ਜਿਹੜੀ ਹੈ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਜੀ ਬੀਬੀ ਜੀ, ਪਹਿਲਾਂ ਤਾਂ ਇਹ ਜਾਣਾਂਗੇ ਉਸ ਸਮੇਂ ਪਰਿਵਾਰ ਦੇ ਵਿੱਚ ਕੌਣ ਸੀ, ਕਿੰਨੇ ਇਕੱਠੇ ਰਹਿੰਦੇ ਸੀ ਤੁਸੀਂ? ਅਸੀਂ ਜੀ ਦੋਨੋਂ ਪਰਿਵਾਰ ਇਕੱਠੇ ਹੀ ਸੀ, ਪਿਤਾ ਜੀ, ਮੈਂ ਤੇ ਬਲਵਿੰਦਰ, ਦਾਦੀ ਜੀ ਮੇਰੇ, ਚਾਚਾ ਜੀ, ਮਾਸੀ ਜੀ ਤੇ ਉਹਨਾਂ ਦੇ 2 ਬੇਟੇ ਤੇ 1 ਬੇਟੀ। ਅਸੀਂ ਸਾਰੇ ਇਕੱਠੇ ਹੀ ਰਹਿੰਦੇ ਸੀ ਇੱਕੋ ਹੀ ਉਹਦੇ ਵਿੱਚ ਘਰ ਵਿੱਚ। ਅੱਛਾ, ਤੁਸੀਂ ਉਸ ਸਮੇਂ ਕਿੱਥੇ ਸੀਗੇ ਜਦੋਂ ਪੂਰਾ ਵਾਕਿਆ ਹੋਇਆ, ਜਦੋਂ ਅੱਗ ਲਾ ਕੇ ਸਾੜਿਆ ਗਿਆ ਸੀ ਘਰ ਨੂੰ? ਮੈਂ ਜੀ 84 ਵਿਆਹੀ ਹੋਈ ਸੀ, ਵਿਆਹੀ ਹੋਈ ਕਰਕੇ ਵੀ ਮਤਲਬ ਮੈਂ ਉਸ ਟਾਈਮ ਦਿੱਲੀ ਸੀ ਜੀ। ਤੁਸੀਂ ਆਪਣੇ ਪਰਿਵਾਰ ਦੇ ਨਾਲ ਦਿੱਲੀ ਰਹਿੰਦੇ ਸੀਗੇ? ਨਹੀਂ ਰਹਿੰਦੀ ਨਹੀਂ ਸੀ, ਗਈ ਹੋਈ ਸੀ ਦਿੱਲੀ। ਅਜੇ ਥੋੜੇ ਦਿਨ ਹੋਏ ਸੀ, 10 ਕੁ ਦਿਨ ਹੋਏ ਸੀ ਗਈ ਨੂੰ ਮੈਨੂੰ। ਜਿਵੇਂ ਇੱਥੇ ਦੇ ਹਾਲਾਤ ਸੀ ਨਾ ਮਤਲਬ ਜ਼ਿਆਦਾ ਖਰਾਬ ਸੀ ਹਾਲਾਤ। ਫਿਰ ਸਾਨੂੰ ਕੋਈ ਨਾ ਕੋਈ ਦੱਸ ਦਿੰਦਾ ਸੀ ਵੀ ਹਾਲਾਤ ਜ਼ਿਆਦਾ ਖਰਾਬ ਆ, ਹੁਣ ਤੁਹਾਡੇ ਪਰ ਇਹ ਹੋ ਜੂ ਬਈ ਤੁਸੀਂ ਲੰਘ ਜਾਓ ਇੱਥੇ। ਤੇ ਕਿਸੇ ਨੇ ਸਾਨੂੰ ਕਿਹਾ, ਪਹਿਲਾਂ ਤਾਂ ਅਸੀਂ ਇੰਨੀ ਉਹ ਨਹੀਂ ਕਰ, ਫਿਰ ਉਹਨਾਂ ਨੇ ਕਿਹਾ ਦੁਬਾਰਾ, ਕਹਿੰਦਾ ਤੁਸੀਂ ਇੱਥੇ ਤੇ ਚਲੇ ਜਾਓ ਵੀ ਹੁਣ ਦਿਨ ਪਰ ਦਿਨ ਸਮਾਂ ਬਹੁਤ ਮਾੜਾ ਆ ਰਿਹਾ ਹੈ। ਚਲੋ ਅਸੀਂ 10 ਕੁ ਦਿਨ ਪਹਿਲਾਂ ਹੀ ਅਜੇ ਗਏ, ਤੇ 10 ਦਿਨ ਵੀ ਕਿੱਥੇ ਗਏ ਹੁਣ। ਪਹਿਲਾਂ ਅਸੀਂ ਗਏ ਹਾਂ ਜੀ 12-13 ਕੁ ਤਰੀਕ ਨੂੰ ਗਏ ਹਾਂ, 29 ਕੁ ਤਰੀਕ ਨੂੰ ਚਲੋ ਇਹ ਹੋ ਗਿਆ, 10-12 ਕੁ ਦਿਨ ਹੋਏ ਤੇ ਜੇ ਗਿਆ। 29 ਦੀ ਰਾਤ ਤੇ 30 ਤਰੀਕ ਦੇ ਤੜਕੇ ਨੂੰ ਇਹ ਵਾਕਿਆ ਹੁੰਦਾ ਹੈ। ਕਿਵੇਂ ਪਤਾ ਲੱਗਦਾ ਕਿ ਪਿੱਛੇ ਪੂਰੇ ਪਰਿਵਾਰ ਨੂੰ ਅੱਗ ਲਾ ਕੇ ਜਿਹੜਾ ਸਾੜਤਾ ਸਾਡਾ ਪਰਿਵਾਰ ਹੀ ਖਤਮ ਹੋ ਗਿਆ? ਸਾਨੂੰ ਜੀ ਅਸੀਂ ਜਦੋਂ ਦਿੱਲੀ ਸੀ ਉਦੋਂ ਕੋਈ ਜਾਣ ਪਛਾਣ ਸੀ ਸਾਡਾ, ਉਹਨੇ ਅਖਬਾਰ ਪੜ੍ਹਿਆ, ਉਹ ਅਖਬਾਰ ਪੜ੍ਹ ਕੇ ਹੀ ਮਤਲਬ ਸਾਨੂੰ ਦੱਸਣ ਆਇਆ। ਉਹਨੇ ਪਹਿਲਾਂ ਫੋਨ ਤਾਂ ਨਹੀਂ ਤਾਂ ਖੈਰ ਉਸ ਟਾਈਮ ਹੁੰਦੇ, ਉਹਨੇ ਪਹਿਲਾਂ ਆਇਆ ਆ ਕੇ ਉਹਨੇ ਕਿਹਾ ਵੀ ਤੁਸੀਂ ਅਖਬਾਰ ਨਹੀਂ ਪੜ੍ਹਿਆ ਹੈਗਾ? ਪੁੱਛਿਆ ਭੂਆ ਜੀ ਨੂੰ, ਕਹਿੰਦੇ ਨਹੀਂ। ਤਾਂ ਮੈਨੂੰ ਮੇਰੇ ਭੂਆ ਜੀ ਕਹਿੰਦੇ ਵੀ ਤੂੰ ਚਾਹ ਬਣਾ ਲਾ। ਜਦੋਂ ਆਉਂਦੇ ਆ ਮਤਲਬ ਆਪਾਂ ਬਣਾਉਂਦੇ ਆ, ਮੈਂ ਚਾਹ ਬਣਾਉਣ ਚਲੇ ਗਈ ਤਾਂ ਜਦੋਂ ਉਹਨਾਂ ਨੇ ਫਿਰ ਦੱਸਿਆ ਭੂਆ ਜੀ ਨੂੰ ਵੀ ਤੁਹਾਡਾ ਤਾਂ ਸਾਰਾ ਪਰਿਵਾਰ ਹੀ ਮਾਰ ਦਿੱਤਾ, ਵੀ ਇੰਨੇ ਜੀ ਤੇ ਘਰ ਵਿੱਚ ਇੰਨੇ ਦੇ ਇੰਨੇ ਮਾਰ ਦਿੱਤੇ, ਵੀ ਅਖਬਾਰ ਵਿੱਚ ਖਬਰ ਪੜ੍ਹੀ ਆ। ਅਸੀਂ ਫਿਰ ਅਖਬਾਰ ਦੇਖਿਆ, ਉਹ ਲੈ ਕੇ ਆਏ ਹੋਏ ਸੀ ਕੋਲ ਆਪਣੇ ਅਖਬਾਰ, ਉਹਨਾਂ ਨੇ ਹੀ ਅਖਬਾਰ ਪੜ੍ਹਾਇਆ ਸਾਨੂੰ। ਫਿਰ ਮੇਰੇ ਭੂਆ ਜੀ ਤਾਂ ਜਦੇ ਆ ਗਏ, ਮੇਰੇ ਭੂਆ ਕਹਿੰਦੇ ਮੈਂ ਇਹਨਾਂ ਦੇ ਨਾਲ ਹੀ ਲੰਘ ਜਾਂਦੀ ਹਾਂ ਵੀ ਇਹ ਮੈਨੂੰ ਵੀ ਉੱਥੇ ਤੇ ਬੱਸ ਬਿਠਾ ਦੇਣਗੇ। ਤੇ ਅਸੀਂ ਮੇਰੇ ਭੂਆ ਜੀ ਮੈਨੂੰ ਕਹਿੰਦੇ ਵੀ ਤੂੰ ਐਂ ਕਰੀ ਵੀ ਤੂੰ ਉਹਨਾਂ ਨੂੰ ਫੋਨ ਕਰ ਲਾ, ਫੋਨ ਕਰਕੇ ਵੀ ਤੂੰ ਵੀ ਆ ਜਾਈਂ ਫਿਰ ਮਗਰੇ।
ਮੈਂ ਫੋਨ STD ਤੇ ਫੋਨ ਕਰਨ ਗਈ ਆ। ਮੇਰੀ ਭੈਣ ਵੀ ਜੌਬ ਕਰਦੀ ਸੀ, ਭਰਾ ਵੀ ਮੇਰਾ ਆਪਣੇ ਕੰਮ ਕਾਰ ਤੇ ਗਿਆ ਵਾ। ਮੈਂ ਭੈਣ ਨੂੰ ਆਪਣੀ ਨੂੰ ਫੋਨ ਕਰਦੀ ਰਹੀ, ਫੋਨ ਹੀ ਨਾ ਮਿਲੇ ਉਹਨਾਂ ਦਾ। ਬਸ ਇਸ ਤਰ੍ਹਾਂ ਕਰਦੇ ਕਰਾਉਂਦੇ 5 ਵੱਜ ਗਏ, 5-6 ਵਜੇ। ਮੈਂ ਕਿਹਾ ਚਲ ਹੁਣ ਕਿਆ ਜਾਣਾ। ਇੱਕ ਮੇਰਾ ਸਰੀਰ ਇੰਨਾ ਉਸ ਦਿਨ ਟੁੱਟ ਗਿਆ ਵੀ ਮੇਰੇ 'ਚ ਹਿੰਮਤ ਵੀ ਹੈ ਨਹੀਂ ਤੀ STD ਤੇ ਜਾਣ ਦੀ। ਵਾਰ-ਵਾਰ ਮੈਂ 2 ਵਾਰ ਗਈ ਆ, ਪਰ ਮੇਰੇ ਤੀਸਰੀ ਵਾਰ ਤੇ ਮੈਂ ਗਈ ਹੋਈ ਨਹੀਂ ਹੈਗੀ। ਪਰ ਅੰਦਰ ਵੀ ਰੋਵੇ ਔਰ ਕਹਿੰਦੇ ਹੁੰਦੇ ਜਾ ਕੇ ਗੱਲਬਾਤ ਕਰਨੀ ਬੜੀ ਔਖੀ ਹੁੰਦੀ ਆ। ਉੱਥੇ ਐਂ ਲੱਗੇ ਵੀ ਅਸੀਂ ਵੀ ਜਿਕਣਾ ਹੁਣ ਮੈਂ ਤਾਂ ਹੁਣ ਨਵੀਂ ਸੀ ਨਾ, ਉਹ ਤਾਂ ਜਿਹੜੇ ਹੁਣ ਰਹਿੰਦੇ ਆ ਉਹਨਾਂ ਨੂੰ ਤਾਂ ਕੋਈ ਹੋਰ ਹੁੰਦੇ ਆ। ਮੈਨੂੰ ਇਹ ਲੱਗੇ ਵੀ ਮੈਂ ਕਿੱਥੇ ਆ ਕੇ ਫਸ ਗਈ ਹਾਂ, ਜਾਣੇ ਐ ਮਤਲਬ ਮਨ ਵਿੱਚ ਹੋਵੇ ਕਦ ਵੀ ਚਲੇ ਜਾਵਾਂ ਘਰ ਉੱਡ ਕੇ। ਬਸ ਫਿਰ ਮੇਰੇ ਭੈਣ ਭਰਾ ਆਏ ਆ, ਫਿਰ ਅਸੀਂ ਦੂਏ ਦਿਨੇ ਆਏ ਆ। ਰਾਤ ਨੂੰ ਤਾਂ ਫਿਰ ਕਿਹਾ ਵੀ ਦੇਖ ਲਾ ਵੀ ਜੇ ਕੋਈ ਬਣਦਾ ਹੀਲਾ ਵੀ ਉੱਥੇ ਵੀ ਕੋਈ ਸਾਨੂੰ ਟ੍ਰੇਨ ਬਿਠਾਇਆ ਹੋਇਆ ਹੋਰ ਉਹ ਕਰੇ। ਫਿਰ ਉਹ ਕਹਿੰਦੇ ਵੀ ਨਹੀਂ, ਟ੍ਰੇਨ ਦਾ ਵੀ ਇੰਨੀ ਛੇਤੀ ਬਣਨਾ ਨਹੀਂ, ਵੀ ਆਪਾਂ ਲੇਟ ਜ਼ਿਆਦਾ ਹੋ ਗਏ, ਵੀ ਆਪਾਂ ਸਵੇਰੇ ਚਲੋ। ਅਸੀਂ ਸਵੇਰੇ ਤੜਕੇ ਹੀ ਨਿਕਲੇ ਆਏ ਆ, ਤਾਂ ਵੀ ਆ ਕੇ ਸ਼ਾਮ ਨੂੰ ਇਹ ਬੜੇ ਘਰ। ਪਤਾ ਹੀ ਨਹੀਂ ਉਸ ਦਿਨ ਕਿਆ ਹੋਈ ਗਿਆ ਰਸਤੇ ਵਿੱਚ ਵੀ। ਬਸ ਇਹ ਮਤਲਬ ਖੜ ਕੇ ਹੀ ਬੱਸ ਆਈ। ਅਸੀਂ ਸ਼ਾਮ ਨੂੰ ਆ ਕੇ ਬੜੇ, ਸਾਡੇ ਆਉਂਦਿਆਂ ਨੂੰ ਤਾਂ ਸੰਸਕਾਰ ਤਾਂ ਦੇਖ ਲਓ ਪਿਤਾ ਜੀ ਨੇ ਜਿੱਦਣ ਲੈ ਕੇ ਆਏ ਆ, ਉਹਨਾਂ ਨੂੰ ਨਹੀਂ ਕਹਿੰਦੇ ਹੁੰਦੇ ਉਹ ਕਰਨ ਦਿੱਤਾ ਹੈਗਾ, ਚੰਗੀ ਤਰ੍ਹਾਂ ਦੇਖਣ ਕਰਨ ਦਿੱਤਾ, ਸੋਚਣ ਦਿੱਤਾ। ਜਦੇ ਸੰਸਕਾਰ ਕਰਵਾਤਾ ਉਹਨਾਂ ਤੇ। ਮਤਲਬ ਕਿ ਪੂਰਾ ਪਰਿਵਾਰ ਹਜੇ ਪਹੁੰਚਿਆ ਨਹੀਂ ਸੀਗਾ, ਪਹਿਲਾਂ ਹੀ ਸੰਸਕਾਰ ਕਰਾਤਾ ਸੀਗਾ। ਹਾਂਜੀ, ਪਰਿਵਾਰ ਕਿੱਥੇ ਪਹੁੰਚਿਆ ਜੀ। ਪਰਿਵਾਰ ਨਾ ਪਹੁੰਚਿਆ, ਨਾ ਕਿਸੇ ਨੇ ਡੀਕ, ਨਾ ਕੁਛ ਵੀ ਨਹੀਂ ਕਰਨ ਦਿੱਤਾ ਹੈਗਾ ਉਹਨਾਂ ਨੇ। ਬਸ ਪਿਤਾ ਜੀ ਆਏ, ਲਿਆਂਦੇ ਆ ਉਹਨਾਂ ਨੇ, ਕਿਉਂਕਿ ਪਿਤਾ ਜੀ ਫੜੇ ਹੋਏ ਸੀ, ਉਹਨਾਂ ਨੂੰ ਪੁਲਿਸ ਕੋਲ ਸੀ। ਪੁਲਿਸ ਆਪਣੇ ਨਾਲੇ ਲੈ ਕੇ ਆਈ ਆ ਪਿਤਾ ਜੀ ਨੂੰ। ਉਸ ਸਮੇਂ ਕੌਣ ਸੀ ਤੁਹਾਡੇ ਪਿਤਾ ਜੀ ਦੇ ਨਾਲ ਜੇਲ੍ਹ 'ਚ? ਕੋਈ ਹੋਰ ਮੈਂਬਰ ਵੀ ਸੀਗਾ? ਹਾਂਜੀ ਹੈਗੇ ਸੀ, ਪਿਤਾ ਜੀ ਦੇ ਨਾਲ ਨਹੀਂ ਸੀ ਉਹ, ਜਾਣੀ ਹੋਰ ਜਗ੍ਹਾ ਦੇ ਲੈ ਕੇ ਗਏ ਵੇ ਤੇ ਉਹਨਾਂ ਨੂੰ, ਚਾਚਾ ਜੀ ਨੂੰ ਵੀ ਔਰ ਚਾਚਾ ਜੀ ਦੇ ਲੜਕੇ ਨੂੰ ਵੀ। ਹਾਂਜੀ, ਉਹਨਾਂ ਨੂੰ ਵੀ ਮਤਲਬ ਜਿਸ ਦਿਨ ਪਤਾ ਲੱਗ ਗਿਆ ਸੀ ਵੀ ਘਰ ਵਿੱਚ ਆਹ ਕੰਮ ਹੋ ਗਿਆ, ਕਿਸੇ ਨੇ ਮਤਲਬ ਅਖਬਾਰ ਸਿੱਟਤਾ ਸੀ ਉਹਨਾਂ ਦੇ ਜਿੱਥੇ ਉਹ ਤੇ ਕਿਸੇ ਪੁਲਿਸ ਵਾਲੇ ਨੇ ਜਾਂਦੇ ਨੇ ਅਖਬਾਰ ਸਿੱਟਤਾ। ਮਤਲਬ ਪਤਾ ਨਹੀਂ ਤਾਂ ਉਹਨਾਂ ਨੇ ਦੱਸਣ ਦੇ ਮਾਰਿਆਂ ਨੇ ਸਿੱਟਤਾ, ਜਿੱਦਾਂ ਹੁੰਦੇ ਆ ਨਾ ਵਿੱਚ ਵੀ ਚਲੋ ਪਤਾ ਲੱਗ ਗਈ। ਫਿਰ ਉਹਨਾਂ ਨੇ ਉੱਥੇ ਅਖਬਾਰ ਪੜ੍ਹ ਕੇ ਦੇਖਿਆ, ਫਿਰ ਵੀ ਜਦੋਂ ਦੇਖਿਆ ਪੜ੍ਹਿਆ ਵੀ ਆ ਵੀ ਉਹ ਕਰਤਾ, ਆ ਵੀ ਉਹ ਕਰਤਾ, ਜਾਣੀ ਉੱਥੇ ਹੁਣ ਕਰ ਵੀ ਕਹਿ ਸਕਦੇ ਤੇ ਬੈਠੇ। ਜੋ ਤੁਸੀਂ ਪਹੁੰਚੇ ਸੀਗੇ ਹਨਾ, ਲਾਸ਼ਾਂ ਤੁਹਾਨੂੰ ਨਹੀਂ ਦਿਖਾਈਆਂ ਗਈਆਂ ਤੇ ਹਾਲਾਤ ਕਿਸ ਤਰ੍ਹਾਂ ਦੇ ਕੇ ਘਰ ਦੇ? ਲਾਸ਼ਾਂ ਤਾਂ ਪਹਿਲਾਂ ਹੀ ਸਾਡੇ ਤਾਂ ਪਹੁੰਚਣ ਤੇ ਪਹਿਲਾਂ ਹੀ ਦਾਗ ਲਾਤੇ ਤੇ ਉਸੇ ਦਿਨ। ਹਾਲਾਤ ਘਰ ਤੇ ਸਾਰਾ ਘਰ ਕਾਲਾ ਹੋਇਆ ਪਿਆ ਸੀ, ਅੱਗ ਦੇ ਨਾਲ ਜਲਿਆ ਵਾ ਸੀ। ਉੱਦਾਂ ਸਕੂਟਰ ਖੜਾ ਸੀ ਕੋਲ, ਉਹਦੇ ਵਿੱਚ ਵੀ ਗੋਲੀ ਮਾਰ ਕੇ ਗਏ ਵੇ ਤੇ ਜੇ ਕਿਤੇ ਸਕੂਟਰ ਨੂੰ ਅੱਗ ਪੈ ਜਾਂਦੀ ਫਿਰ ਤਾਂ ਸਾਰਾ ਛੱਤ ਵੀ ਹੋ ਸਕਦਾ ਗਿਰ ਜਾਂਦੀ ਆ। ਬਾਲਿਆਂ ਦੀ ਛੱਤ ਸੀ ਨਾ, ਗਿਰ ਸਕਦੀ ਸੀ ਫਿਰ ਤਾਂ, ਵੀ ਬਾਲੇ ਜਲ ਸਕਦੇ ਤੇ। ਪਰ ਸਕੂਟਰ ਨੂੰ ਨਹੀਂ ਅੱਗ ਪਈ ਹੈਗੀ, ਕੋਲ TV ਪਿਆ ਤਾਂ ਉਹ ਨਹੀਂ ਕੁਛ ਹੋਇਆ। ਬਸ ਮੇਰਾ ਬੇਟਾ ਔਰ ਦਾਦੀ 2 ਜਣੇ ਸੜ ਗਏ ਤੇ ਮਾਸੀ ਮੇਰੀ ਥੋੜ੍ਹੀ ਜਿਹੀ ਦੂਰ ਤੀ ਪਈ ਬੈੱਡ ਤੇ, ਕਿਉਂਕਿ ਉਹ ਦਰਵਾਜ਼ਾ ਖੋਲ੍ਹਦੀ ਸਾਰ ਮਤਲਬ ਗੋਲੀਆਂ ਮਾਰੀਆਂ ਸੀ ਉਹਨੂੰ, ਉਹ ਦਰਵਾਜ਼ੇ ਵਿੱਚ ਉੱਥੀ ਉਹ ਗਿਰ ਗਿਆ ਤੇ ਭੈਣ ਉੱਠੀ ਹੋਣੀ ਗੋਲੀ ਦਾ ਖੜਕਾ ਸੁਣ ਕੇ। ਇਸ ਤਰ੍ਹਾਂ ਮਤਲਬ ਦਰਵਾਜ਼ੇ ਦੇ ਸਾਹਮਣੇ ਕੱਪਬੋਰਡ ਸੀ ਸਾਡਾ, ਉਹ ਕੱਪਬੋਰਡ ਵੀ ਬਹੁਤ ਦੇਰ ਤੱਕ ਗੋਲੀਆਂ ਦੇ ਨਿਸ਼ਾਨ ਰਹੇ ਆ ਉਹਦੇ ਵਿੱਚ। ਉਹ ਕੱਪਬੋਰਡ ਦੇ ਕੋਲੇ ਉਹਦੇ ਇਸ ਤਰ੍ਹਾਂ ਬਾਲ ਵੀ ਕਹਿੰਦੇ ਉੱਪਰ ਨੂੰ ਉੱਠੇ ਹੋਏ ਸੀ, ਵੀ ਜਿਵੇਂ ਬਾਲਾਂ ਤੇ ਫੜ ਕੇ ਨਹੀਂ ਐਵੇਂ ਫੜ ਕੇ ਵੀ ਮਤਲਬ ਗੋਲੀ ਮਾਰੀ ਹੁੰਦੀ ਆ। ਕਹਿੰਦੇ ਅੰਦਰ ਵੜ ਕੇ ਵੀ ਗੋਲੀ ਮਾਰ ਸਕਦੇ ਆ? ਹਾਂਜੀ, ਅੰਦਰ ਵੜ ਕੇ ਮਾਰੇ ਆ, ਅੰਦਰੇ ਪਏ ਸੀ ਸਾਰੇ। ਤੇ ਦਾਦੀ ਮੇਰੀ ਬੈੱਡ ਪਰੇ ਬੈਠੀ ਨੂੰ ਗੋਲੀ ਮਾਰਤੀ ਤੇ ਮੇਰੇ ਬੇਟੇ ਨੂੰ ਵੀ ਬੈੱਡ ਪਰੇ ਗੋਲੀ ਮਾਰੀ ਵੀ ਤੀ। ਹੇਠਾਂ ਨਿਸ਼ਾਨ ਗਏ ਵੇ ਤੇ ਜਿੱਥੇ ਮਤਲਬ ਉਹ ਤੇ ਗੋਲੀ ਵੀ ਇੰਨੀ ਉਹ ਤੀ ਵੀ ਹੇਠਾਂ ਫਰਸ਼ ਪਰ ਵੀ ਨਿਸ਼ਾਨ ਪੈ ਗਏ ਤੇ ਗੋਲੀ ਦੇ। ਫਿਰ ਅੱਗ ਉੱਪਰ ਬਿਸਤਰੇ ਸੁੱਟ ਦਿੱਤੇ ਉਹਨਾਂ ਨੇ, ਬਿਸਤਰੇ ਸੁੱਟ ਕੇ ਮੇਰਾ ਜਿਹੜਾ ਬੇਟਾ ਸੀ ਉਹ ਤਾਂ ਬਿਲਕੁਲ ਇਹ ਸੜ ਗਿਆ ਸੀ। ਉਹਦਾ ਤਾਂ ਕੋਈ ਪੋਸਟਮਾਰਟਮ ਨਹੀਂ, ਕੋਈ ਕੁਛ ਨਹੀਂ, ਉਹਦਾ ਨਹੀਂ ਕੁਛ ਵੀ ਹੈਗਾ। ਬਸ ਉੱਦਾਂ ਡੈਥ ਸਰਟੀਫਿਕੇਟ ਤਾਂ ਉੱਦਾਂ ਨਹੀਂ ਕੋਈ। ਤੇ ਇਹਨਾਂ ਦੇ ਪੋਸਟਮਾਰਟਮ ਹੋਏ ਸੀ ਤੇ ਇਹਨਾਂ ਦੇ, ਮੇਰੀ ਦਾਦੀ ਵੀ ਅੱਧੀ ਸੜ ਗਈ ਸੀ, ਪਰ ਜਾਣੀ ਇਹ ਹੈਗੇ ਸੀ ਪੋਸਟਮਾਰਟਮ ਦੇ ਲਾਇਕ। ਉਹਦਾ ਤਾਂ ਪੋਸਟਮਾਰਟਮ ਵੀ ਨਹੀਂ ਹੋਇਆ ਹੈਗਾ ਬੇਟੇ ਦਾ ਤਾਂ ਮੇਰੇ। ਤੁਹਾਡਾ ਬੇਟਾ ਜਿਹੜਾ 6 ਸਾਲ ਦਾ ਅਪਾਹਜ, ਉਹਦੀ ਜ਼ਿਕਰ ਕਰ ਰਹੇ ਹੋ ਨਾ ਤੁਸੀਂ? ਹਾਂਜੀ 5.5 ਸਾਲ ਦਾ ਸੀ।
ਹਾਂਜੀ ਅੱਛਾ, ਕਦੋਂ ਗਿਆ ਸੀਗਾ ਉੱਥੇ ਜਾਂ ਉੱਥੇ ਹੀ ਰਹਿੰਦਾ ਸੀ ਆਪਦੇ ਨਾਨਕੇ ਉਹ? ਉੱਥੇ ਨਹੀਂ ਰਹਿੰਦਾ ਸੀ। ਮੈਨੂੰ 2 ਬੱਚੇ ਸੀ ਮੇਰੇ ਕੋਲ। ਮੈਂ ਘਰ ਦੇ ਕਹਿੰਦੇ ਵੀ ਚੱਲ 2 ਨੂੰ ਕਿਵੇਂ ਸੰਭਾਲਣਾ ਤੂੰ, ਵੀ ਚੱਲ ਇੱਕ ਸਾਡੇ ਕੋਲ ਰਹਿ ਜਾਂਦਾ। ਉਹ ਵੈਸੇ ਵੀ ਉਦਾਂ ਹੀ ਮਤਲਬ ਰਹਿੰਦਾ ਸੀ ਉੱਥੇ। 4-5 ਕੁ ਮਹੀਨੇ ਹੋਏ ਸੀ ਜੇ 5 ਕੁ ਮਹੀਨੇ ਉੱਥੇ ਰਹਿੰਦੇ ਨੂੰ। ਤੇ ਉੱਥੇ ਤੁਸੀਂ ਜਦੋਂ ਪਹੁੰਚੇ ਸੀ, ਜਿਵੇਂ ਪਿੰਡ ਦੇ ਕਿਸੇ ਆਸੇ-ਪਾਸੇ ਲੋਕਾਂ ਨੇ ਤੁਹਾਨੂੰ ਦੱਸਿਆ ਸੀ ਵੀ ਕੌਣ ਆਇਆ ਸੀ, ਕਿਵੇਂ ਵਾਰਦਾਤ ਹੋ ਗਈ, ਕਿਵੇਂ? ਤਾਂ ਨਾ ਲੋਕੀ ਸਾਰੇ ਇੰਨੇ ਮਤਲਬ ਡਰੇ ਹੋਏ ਸੀ, ਕੋਈ ਕੁਛ ਨਹੀਂ ਸੀ ਦੱਸਦਾ ਉਸ ਟਾਈਮ। ਜੇ ਅਸੀਂ ਕਿਸੇ ਨੂੰ ਪੁੱਛਦੇ ਵੀ ਕਿਸੇ ਨੇ ਕੁਛ ਦੇਖਿਆ ਹੀ ਹੋਣਾ ਹੈ ਵੀ ਕਿਵੇਂ ਹੋਇਆ ਕਿਵੇਂ ਨਹੀਂ, ਹਰ ਕੋਈ ਇਹ ਕਹਿੰਦਾ ਹੁਣ ਪਤਾ ਨਹੀਂ ਭਾਈ, ਪੱਖਿਆਂ ਦੀ ਉਹਦੇ ਵਿੱਚ ਕਿਹੜੇ ਕੁਛ ਪਤਾ ਲੱਗਦਾ। ਅਸੀਂ ਤਾਂ ਅੰਦਰ ਪਏ ਤੇ ਪੱਖੇ ਲਗਾ ਕੇ, ਹੁਣ ਪੱਖਿਆਂ ਦੀਆਂ ਆਵਾਜ਼ਾਂ ਵਿੱਚ ਕੁਛ ਨਹੀਂ ਪਤਾ ਲੱਗਦਾ। ਪੱਖੇ ਲਾਏ ਵੀ ਤੇ ਕੋਈ ਕੂਲਰ ਲੱਗਿਆ ਵਾ, ਤਾਂ ਸਾਡੇ ਕੋਈ ਆਵਾਜ਼ ਹੀ ਨਹੀਂ ਤੀ ਸਾਨੂੰ ਤਾਂ ਪਤਾ ਲੱਗੀ ਕੋਈ ਵੀ। ਜਦੋਂ ਕਿ ਜਦ ਹੁਣ ਟਾਈਮ ਪੈ ਗਿਆ, ਹੁਣ ਟਾਈਮ ਪਏ ਤੇ ਫੇਰ ਦੱਸਦੇ ਆ ਵੀ ਬਹੁਤ ਗੱਡੀਆਂ ਤੇ ਖੜੀਆਂ, ਵੀ ਪੁਲਿਸ ਵਾਲੇ ਵੀ ਤੇ ਵਿੱਚ ਦੂਏ ਵੀ ਤੇ ਨਿਹੰਗ ਵਾਲੇ ਵਿੱਚ ਵੀ ਤੇ ਵੀ ਬਹੁਤ ਬੰਦੇ ਤੇ ਇੱਕ ਤਾਂ ਜਾਣੀ ਮੇਰੀ ਤਾਈ ਲੱਗਦੀ ਤੀ ਸਰੀਕੇ ਵੀ, ਤੇ ਉਹ ਦੱਸਦੀ ਤੀ, ਉਹਨੇ ਦੱਸਿਆ ਬਸ ਸਾਨੂੰ। ਕਹਿੰਦੀ ਬੜੀ ਕਹਿੰਦੇ ਭੱਜੇ ਆ ਵਿੱਚ ਗਲੀ ਦੇ। ਕਹਿੰਦੀ ਮੈਂ ਸੋਚਿਆ ਕਿ ਮੇਰੀ ਝੋਟੀ ਖੁੱਲ ਕੇ ਵੀ ਉਹ ਆ ਵੀ, ਮੈਂ ਕਹਿੰਦੀ ਡੰਗਰ ਵੀ ਕਹਿੰਦੀ ਬਹੁਤ ਰੰਭੇ ਉਦਣ, ਜਦੋਂ ਡੰਗਰ ਰੰਭੇ ਕਹਿੰਦੀ ਮੈਂ ਕਿਹਾ ਵੀ ਮੇਰੀ ਝੋਟੀ ਖੁੱਲ ਗਈ। ਉਹ ਝੋਟੀ ਖੋਲਣ ਦੇ ਮਤਲਬ ਦੇਖਣ ਦੇ ਚੱਕਰ ਵਿੱਚ ਵੀ ਬਾਹਰ ਨਿਕਲਣ ਲੱਗੀ। ਜੇ ਉਹਨੇ ਦਰਵਾਜ਼ਾ ਖੋਲਿਆ ਬਾਹਰ ਦਾ, ਜਿਵੇਂ ਮੇਰਾ ਬਾਹਰ ਦਾ ਬੇਟਾ ਵੀ ਖੋਲਿਆ, ਕਹਿੰਦੀ ਮੈਨੂੰ ਤਾਂ ਜਦੋਂ ਉਹਨਾਂ ਨੇ ਕਹਿਤਾ ਵੀ ਅੰਦਰ ਵੜ ਜਾ ਨਹੀਂ ਤੇਰੇ ਗੋਲੀ ਮਾਰੂੰਗਾ। ਕਹਿੰਦੀ 2-3 ਕਹਿੰਦੀ ਇੱਧਰ ਖੜੇ, ਕਹਿੰਦੀ ਇੱਧਰ ਖੜੇ, ਕਹਿੰਦੀ ਮੇਰੇ ਦਰਵਾਜ਼ੇ ਤੇ। ਕਿਹੜੇ ਬਾਣੇ 'ਚ ਸੀਗੇ ਉਹ? ਐ ਨਹੀਂ ਕਹਿੰਦੀ ਹਨੇਰੇ ਵਿੱਚ ਨਹੀਂ, ਕਹਿੰਦੀ ਮੈਨੂੰ ਪਤਾ ਲੱਗਿਆ ਵੀ ਕਿਹੜੇ ਬਾਣੇ। ਹਨੇਰੇ ਵਿੱਚ ਕਹਿੰਦੀ ਮੈਨੂੰ ਨਹੀਂ ਕੁਝ ਵੀ ਪਤਾ ਲੱਗਿਆ ਹੈਗਾ। ਕਹਿੰਦੀ ਬਸ ਕਹਿੰਦੀ ਮੈਨੂੰ ਤਾਂ ਉਹਨਾਂ ਨੇ ਜਦੇ ਝੜਕ ਕੇ ਕਹਿਤਾ ਵੀ ਤੂੰ ਅੰਦਰ ਵੜ ਜਾ ਨਹੀਂ ਤੈਨੂੰ ਅਸੀਂ ਮਾਰ ਦੂੰਗੇ। ਮੈਂ ਤਾਂ ਕਹਿੰਦੀ ਭਾਈ ਡਰਦੀ ਮਾਰੀ ਬਾਹਰ ਨਿਕਲ ਗਈ ਹੈਗੀ। ਫਿਰ ਸਾਡੇ ਉੱਥੇ ਮਤਲਬ ਪੰਡਤਾਂ ਦਾ ਘਰ ਸੀ, ਉਹ ਬਾਹਮਣਾਂ ਦਾ, ਉਹਨਾਂ ਦੀ ਸਾਡੇ ਨਾਲ ਬਹੁਤ ਜਾਣੀ ਉੱਠਣੀ ਬੈਠਣੀ ਤੇ ਬਹੁਤ ਪ੍ਰੇਮ ਭਾਵਨਾ ਤੇ। ਉਹ ਮਤਲਬ ਆਇਆ ਸਵੇਰੇ ਟਾਈਮ ਆ ਕੇ, ਜਿਵੇਂ ਉਹ ਆਉਂਦਾ ਹੁੰਦਾ ਸੀ ਵੀ ਚਾਚੀ ਵੀ ਲਿਆ ਚਾਹ ਬਣ ਗਈ, ਲਿਆ ਚਾਹ, ਵੀ ਭਾਈ ਇੱਥੇ ਕੰਮ ਕਰਦਾ ਹੁੰਦਾ ਸੀ ਮਰੰਡੇ। ਮੈਂ ਵੀ ਮਰੰਡੇ ਰਹਿੰਦੀ ਤੇ ਉਹ ਕਹਿ ਦਿੰਦਾ ਤਾਂ ਵੀ ਜੇ ਕੋਈ ਸੁਨੇਹਾ ਦੇਣਾ, ਕੋਈ ਕੁਛ ਕਰਨਾ, ਉਹਦੇ ਹੱਥੀ ਉਹ ਸਗੋਂ ਮੇਰੇ ਬੇਟੇ ਦੀ ਦਵਾਈ ਵੀ ਉਹਦੇ ਹੱਥੀ ਉਹ ਭੇਜਦੀ ਕਿ ਮੈਂ ਵੀ, ਤੇ ਉਹ ਵੀ ਆ ਜਾਂਦਾ ਤਾਂ ਉੱਧਰ। ਤੇ ਉਹਨੇ ਚਲੋ ਉਹ ਜਦ ਗਿਆ, ਉਹ ਆਵਾਜ਼ਾਂ ਮਾਰਦਾ, ਜਦ ਕਹਿੰਦਾ ਅੱਜ ਕੋਈ ਉੱਠਿਆ ਹੀ ਨਹੀਂ ਹੈਗਾ, ਅਜੇ ਤੱਕ ਸੁੱਤੇ ਹੀ ਪਏ ਆ। ਜਦ ਦੇਖਿਆ ਵੀ ਅੱਜ ਕੋਈ ਲਾਈਟ ਨਹੀਂ ਵੜਦੀ, ਕੁਛ ਨਹੀਂ, ਕਹਿੰਦੇ ਸੁੱਤੇ ਹੀ ਪਏ ਆ। ਜਦ ਉਹਨੇ ਦੇਖਿਆ ਅੰਦਰ ਵੜ ਕੇ ਮਤਲਬ ਦਰਜੇ ਦੇਖਿਆ, ਕਹਿੰਦੇ ਤਾਂ ਧੂੰਆਂ ਧਾਰ ਹੋਇਆ ਵਾ। ਉਹ ਫਿਰ ਵਾਪਸ ਮੁੜ ਗਿਆ। ਵਾਪਸ ਮੁੜ ਕੇ ਉਹਨੇ ਕਿਹਾ ਵੀ ਇੰਨਾ ਧੂੰਆਂ ਧਾਰ। ਫਿਰ ਉਹਨੇ ਜਾ ਕੇ ਪਿੰਡ ਵਿੱਚ ਦੱਸਿਆ ਕੱਲੇ ਵੀ ਐਂ ਕਰਕੇ ਗੱਲ ਹੋ ਗਈ ਵੀ ਉੱਥੇ ਤਾਂ ਅੱਗ ਲੱਗੀ ਵੀ ਆ, ਕੋਈ ਉਹ ਨਹੀਂ ਵੀ ਮੂੰਹ ਨੇਰੇ ਸਾਰਾ ਕੁਝ ਹੋ ਗਿਆ ਸੀ। ਹਾਂਜੀ। ਤੇ ਕਿਵੇਂ ਫਿਰ ਭਾਈ ਬਲਵਿੰਦਰ ਜੀ ਨੂੰ ਕਿਵੇਂ ਪਤਾ ਲੱਗਿਆ ਕਿ ਜਿਹੜਾ ਮੇਰਾ ਸਾਰਾ ਪਰਿਵਾਰ ਜਿਹੜਾ ਖਤਮ ਹੋ ਗਿਆ, ਤੇ ਇੱਕ ਮੇਰੀ ਭੈਣ ਜਿਹੜੀ ਹੈਗੀ ਬਚ ਗਈ? ਕਦੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ? ਨਾ ਜੀ, ਰਾਬਤਾ ਕਾਇਮ ਤਾਂ ਹੁੰਦਾ ਜੇ ਜ਼ਿਆਦਾ ਲੰਬਾ ਟਾਈਮ ਲੰਘਦਾ, ਉਹ ਵੀ ਥੋੜੇ ਦਿਨਾਂ ਬਾਅਦ ਹੀ ਬਸ ਰਾਬਤਾ ਤਾਂ ਹੁੰਦਾ। ਮੈਂ ਵੀ ਉੱਠੀ ਹੋਈ ਸੀ ਜਟਾਣਾ ਹੀ, ਮੈਂ ਕਿਹੜੇ ਕਿਤੇ ਹੋਰ ਜਗ੍ਹਾ ਸੀ। ਰਾਬਤਾ ਤਾਂ ਕਾਇਮ ਹੁੰਦਾ ਜੇ ਕਹਿੰਦੇ ਹੁੰਦਾ ਉਹ ਜਿਉਂਦਾ ਰਹਿੰਦਾ, ਉਹ ਵੀ ਕੁਝ ਕੁ ਦਿਨਾਂ ਬਾਅਦ। ਹਾਂਜੀ। ਤੇ ਲੋ 29-30 ਤਰੀਕ ਨੂੰ ਉਹ ਹੋਇਆ, 31 ਨੂੰ ਅਸੀਂ ਆਏ ਆ, ਤਾਂ ਉਹ 3 ਤਰੀਕ ਨੂੰ ਉਹ ਹੋ ਗਿਆ ਜੀ। ਰਾਬਤਾ ਕਾਇਮ ਕਰਨੇ ਦਾ ਤਾਂ ਉਹਨੂੰ ਮੌਕਾ ਹੀ ਨਹੀਂ ਮਿਲਿਆ ਕਿਸੇ ਨਾਲ। ਜੇ ਕਰਨਾ ਵੀ ਹੁੰਦਾ ਵੈਸੇ ਤਾਂ ਉਹਨੇ ਕਿੱਥੇ ਕਰਨਾ ਸੀ, ਉੱਦਾਂ ਗੱਲ ਕਰਦੀ ਆ, ਉਹਨੂੰ ਕਿਹੜੇ ਮੌਕਾ ਮਿਲਿਆ। ਤੇ ਉਸ ਤੋਂ ਬਾਅਦ ਤੁਹਾਡੇ ਕੋਲ ਜਦੋਂ ਖਬਰ ਪਹੁੰਚਦੀ ਹੈ ਕਿ ਭਾਈ ਬਲਵਿੰਦਰ ਜਟਾਣਾ ਜੀ ਦਾ ਵੀ ਐਨਕਾਊਂਟਰ ਹੋ ਗਿਆ, ਉਹਨਾਂ ਦੀ ਵੀ ਜਿਹੜੀ ਹੈ ਕਿ ਮੌਤ ਹੋ ਗਈ ਹੈ, ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਪਿੰਡ ਪਹੁੰਚੇ ਸੀ, ਕਿ ਕਿਵੇਂ ਉਸ ਤਰ੍ਹਾਂ ਦੇ ਕਿਵੇਂ ਹਾਲਾਤ ਬਣੇ? ਮੈਂ ਉਸ ਹੈ ਤਾਂ ਮੈਂ ਪਿੰਡੇ ਸੀ, ਮੈਂ ਕਿਉਂਕਿ ਪਰਿਵਾਰ ਦਾ ਹੋਣ ਕਰਕੇ ਮੈਂ ਤਾਂ ਪਿੰਡੇ ਚਲੇ ਗਈ ਤੇ ਪਿੰਡੇ ਰਹਿੰਦੀ। ਪਿੰਡ ਤੇ ਮੈਂ ਤਾਂ ਆਪਣੇ ਕੱਪੜੇ ਚੱਕਣ ਆਈ ਸੀ ਉਸ ਦਿਨ ਰਾਤ ਨੂੰ, ਮਤਲਬ ਟੀਵੀ ਪਰ ਖਬਰ ਆ ਗਈ ਸੀ। ਰਾਤ ਨੂੰ ਜਦੋਂ ਟੀਵੀ ਪਰ ਖਬਰ ਆਈ, ਸਭ ਲੋਕਾਂ ਨੂੰ ਪਤਾ ਸੀ ਪਿੰਡ ਦਿਆਂ ਨੂੰ ਵੀ ਉਹਦਾ ਹੋ ਗਿਆ ਐਨਕਾਊਂਟਰ, ਪਰ ਸਾਨੂੰ ਤਾਂ ਕੋਈ ਪਤਾ ਹੀ ਨਹੀਂ, ਤਾਂ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ। ਪਿੰਡ ਦਿਆਂ ਨੇ ਸਾਨੂੰ ਉੱਦਾਂ ਕਹੀ ਗਏ ਵੀ ਅਸੀਂ ਫਤਿਹਗੜ੍ਹ ਸਾਹਿਬ ਜਾਣਾ ਹੈ,
ਫਤਿਹਗੜ੍ਹ ਸਾਹਿਬ ਜਾਣਾ ਕੱਲ ਨੂੰ। ਪਿਤਾ ਜੀ ਕਹਿੰਦੇ ਵੀ ਹਾਂ ਚੱਲਾਂਗੇ। ਪਿਤਾ ਜੀ ਦੇ ਦਿਮਾਗ 'ਚ ਇਹ ਸੀ ਵੀ ਮੇਰਾ ਭਰਾ ਔਰ ਭਤੀਜਾ ਏ, ਵੀ ਅਸੀਂ ਉਹਨਾਂ ਨੂੰ ਛਡਾਉਣਾ ਹੈ, ਵੀ ਹਾਂ ਚੱਲਾਂਗੇ। ਉਹਨਾਂ ਨੇ ਕਿਹਾ ਵੀ ਕਿਤੇ ਉੱਥੇ ਹੋਣੇ ਆ। ਉਹ ਤਾਂ ਜੇ ਸਵੇਰ ਟਾਈਮ ਵੀ ਕਿਸੇ ਨੇ ਨਹੀਂ ਦੱਸਿਆ ਆ ਕੇ। ਸਵੇਰ ਟਾਈਮ ਵੀ ਅਸੀਂ ਚਾਹ ਪਾਣੀ ਪੀਤਾ, ਰੋਟੀ ਪਾਣੀ ਖਾਣ ਤੋਂ ਬਾਅਦ ਮੈਂ ਰੋਟੀ ਪਾਣੀ ਖਾਣ ਤੋਂ ਬਾਅਦ ਮੈਂ ਆਪਣਾ ਕੱਪੜੇ ਚੱਕਣੇ ਨੂੰ ਆ ਗਈ ਹਾਂ। ਮੈਂ ਕਿਹਾ ਮੈਂ ਜਲਦੀ ਜਲਦੀ ਕੱਪੜੇ ਚੱਕ ਲਿਆ ਵਾਂ ਵੀ ਫਿਰ ਇੱਕ ਤਾਂ ਆਉਣੀ ਜਾਣੀ ਪਿੰਡ ਵਿੱਚ ਬਹੁਤ ਤੀ ਲੋਕਾਂ ਦੀ ਨਾ, ਬਾਹਰ ਦੇ ਲੋਕ ਲੱਗਦੇ ਆ ਉਸੇ ਪਿੰਡਾਂ ਦੇ ਲਾਗ ਲਿਆਂਦੇ ਕਾ ਦੂਰ ਦੇ ਕੇ ਪਿੰਡਾਂ ਦੇ ਬਹੁਤ ਆਉਂਦੇ ਤੇ ਲੋਕੀ ਬਾਅਦ ਵਿੱਚ ਤੇ ਵੀ। ਮੈਂ ਕਿਹਾ ਚੱਲ ਮੈਂ ਸਾਜੇ ਸਾਜੇ ਜਾ ਕੇ ਚੱਕ ਲਿਆ ਵਾਂ, ਹਾਤਾ ਮਰੰਡਾ ਇਹਦੇ ਜਾਣਾ ਉਹਨੇ ਖਾਨਾ। ਜਦ ਮੈਂ ਅਜੇ ਚਮਕੌਰ ਸਾਹਿਬ ਪਹੁੰਚੀ ਆ ਬੱਸ ਵਿੱਚ, ਉੱਥੇ ਬੱਸ ਖੜੀ ਆ, ਅਖਬਾਰ ਦੇਖਿਆ ਕਿਸੇ ਦਾ ਹੱਥ ਵਿੱਚ ਭਾਈ ਜਟਾਣਾ ਤੇ ਚੰਨਾ ਭਾਈ ਚੱਲੀਆਂ। ਬਸ ਮੈਂ ਤਾਂ ਉੱਠੀ, ਉਹ ਫਿਰ ਪਤਾ ਨਾ ਲੱਗਿਆ ਮੈਨੂੰ ਵੀ ਮੈਂ ਹੁਣ ਕਿਆ ਕਰਾਂ ਕਿਆ ਨਾ ਕਰਾਂ। ਮੈਂ ਤਾਂ ਉੱਠੀ ਤੇ ਬੱਸ ਤੇ ਤਾਂ ਮੈਂ ਉਤਰ ਗਈ ਫਟਾਫਟ। ਕਿਸੇ ਨੇ ਮੈਨੂੰ ਪਛਾਣ ਲਿਆ ਉੱਥੇ। ਉਹਨੇ ਮੈਨੂੰ ਕਿਹਾ ਵੀ ਉਹ ਕੁੜੀ ਜਿਹੜੀ ਜਾਂਦੀ ਆ ਵੀ ਤੁਸੀਂ ਉਹਨੂੰ ਉੱਥੇ ਛੱਡ ਕੇ ਆਓ। ਉੱਥੇ ਬੱਸ ਨੇ ਇੱਕ ਨੇ ਜਾਣਾ ਤਾਂ ਉੱਧਰ ਨੂੰ, ਉਹ ਬੱਸ ਵਾਲਾ ਫਿਰ ਮੈਨੂੰ ਛੱਡਿਆ ਉਹਨੇ ਮੈਨੂੰ ਜਟਾਣੇ। ਤੇ ਫਿਰ ਜਿਹੜੀ ਦੇਹ ਸੀਗੀ ਉਹ ਕਿਵੇਂ ਲੈ ਕੇ ਆਂਦੀ ਸੀਗੀ ਭਾਈ ਬਲਵਿੰਦਰ? ਦੇਖੋ ਉੱਥੇ ਜਦ ਪੋਸਟਮਾਰਟਮ ਤੋਂ ਬਾਅਦ ਉਹਨਾਂ ਨੇ ਕਾਲਜ ਵਾਲਿਆਂ ਨੇ ਵਿਦਿਆਰਥੀਆਂ ਨੇ ਜਾਮ ਲਗਾਤਾ ਤਾ, ਲੀਡਰ ਵੀ ਹੈਗੇ ਤੇ ਵਿੱਚ ਉਹਨਾਂ ਨੇ ਮਤਲਬ ਸਾਰਿਆਂ ਨੇ ਰਲ ਕੇ ਜਾਮ ਲਗਾ ਕੇ ਆਰੋ ਕਰਕੇ ਨਾਅਰੇਬਾਜ਼ੀ ਵੀ ਕਹਿੰਦੇ ਬਹੁਤ ਹੋਈ ਉੱਥੇ। ਫਿਰ ਮਤਲਬ ਬਲਵਿੰਦਰ ਦੀਆਂ ਲਾਸ਼ਾਂ ਨੂੰ ਦਵਾ ਦਿੱਤੀਆਂ ਤੇ ਉਹਨਾਂ ਨੇ ਫਿਰ ਉਹ ਲੈ ਕੇ ਆਏ। ਪੁਲਿਸ ਨਾਲ ਆਈ ਸੀ ਲੈ ਕੇ, ਪੁਲਿਸ ਸੀ ਉਸ ਦਿਨ ਵੀ ਜਦੋਂ ਨਾਲ ਲੈ ਕੇ ਆਏ ਆ। ਫਿਰ ਕਹਿੰਦੇ ਸੀ ਵੀ ਤੁਸੀਂ ਦਾਗ ਦੇ ਦਿਓ। ਫਿਰ ਮੇਰੇ ਪਿਤਾ ਜੀ ਨੇ ਦਾਗ ਨਹੀਂ ਸੀ ਦਿੱਤੇ। 4 ਤਰੀਕ ਨੂੰ ਲੈ ਕੇ ਆਉਂਦਾ ਸੀ। ਫਿਰ ਪਿਤਾ ਜੀ ਕਹਿੰਦੇ ਵੀ ਤੁਸੀਂ ਮੇਰੇ ਭਰਾ ਨੂੰ ਔਰ ਭਤੀਜੇ ਨੂੰ ਤਾਂ ਲਿਆਓ, ਫਿਰ ਮੈਂ ਦਾਗ ਦੇ ਦਿੰਦਾ। ਫਿਰ ਉਹ ਕਹੀ ਜਿਵੇਂ 5 ਵੱਜ ਗਏ, 5 ਵਜੇ ਕਹਿੰਦੇ ਤੁਸੀਂ ਕਿਉਂ ਮਿੱਟੀ ਪਲੀਤ ਕਰਦੇ ਆ, ਵੀ ਤੁਸੀਂ ਦੇ ਦਿਓ ਦਾਗ ਇਹਨਾਂ ਦੇ, ਵੀ ਉੱਪਰ ਤੇ ਰਾਤ ਪਈ ਆ। ਪਿਤਾ ਜੀ ਕਹਿੰਦੇ ਪਈ ਰਾਤ ਹੋਵੇ ਚਾਹੇ 10 ਦਿਨ ਨਾ ਤੁਸੀਂ ਛੱਡੋ, 10 ਦਿਨ ਵੀ ਇੱਥੇ ਹੋਊਗਾ, ਜਿੰਨਾ ਚਿਰ ਤੁਸੀਂ ਛੱਡਦੇ ਨਹੀਂ ਭਾਈ ਯਾਰ ਭਤੀਜੇ ਨੂੰ ਉਨੀ ਦੇਰ ਤੱਕ ਮੈਂ ਨਹੀਂ ਦਾਗ ਦੇਣੇ ਹੈਗੇ। ਰਾਤ ਨੂੰ ਦੇਖ ਲਓ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਤੇ ਲੜੀ ਹੋ ਰਹੀ ਤੇ ਕੋਲ ਪਾਠ ਮਤਲਬ ਚੱਲਦੇ ਤੇ ਸੁਖਮਨੀ ਸਾਹਿਬ ਦੇ। ਤਾਂ ਫਿਰ 1 ਵਜੇ ਦੇ ਕਰੀਬ ਜਾ ਕੇ ਲੈ ਕੇ ਆਏ। ਜਦ ਦੇਖਿਆ ਵੀ ਇਹਨਾਂ ਨੇ ਤਾਂ ਦਾਗ ਦਿੱਤੇ ਨਹੀਂ, ਵੀ ਇਹ ਤਾਂ ਉਹ ਆ ਬੜਾ ਵੀ ਅੜਵਾ ਵੀ। ਫਿਰ 1-1:30 ਵਜੇ ਰਾਤ ਨੂੰ 12:30-1 ਵਜੇ ਛੱਡੇ ਲੈ ਕੇ ਆਏ ਜਾਣੇ ਘਰ। ਫਿਰ ਜਦ ਦੇਖ ਲਓ ਪਾਠ ਚੱਲਦੇ ਦੁਨੀਆ ਬਹੁਤ ਸੀ ਉੱਥੇ, ਫਿਰ ਵੀ ਬੈਠੀ। ਫਿਰ ਵੀ ਸਾਰੇ ਮਤਲਬ ਲੱਗੇ ਕਹਿਣ ਵੀ ਧੰਨ ਨਾ ਜੋਧਿਆ ਤੂੰ ਤਾਂ ਤੇਰੇ ਤਾਂ ਮਿੱਟੀ ਨੇ ਵੀ ਇਹ ਛਡਾਤੇ। ਤਾਂ ਉਸ ਸਮੇਂ ਜਦੋਂ ਭਾਈ ਬਲਵਿੰਦਰ ਜਟਾਣਾ ਜੀ ਦਾ ਸੰਸਕਾਰ ਕੀਤਾ ਗਿਆ ਸੀ, ਉਦੋਂ ਪਿੰਡ ਵਾਲੇ ਨੇ ਅੱਗੇ ਆਏ ਸੀਗੇ, ਕਿਉਂਕਿ ਜਦੋਂ ਡਰ ਗਏ ਸੀ ਇੱਕ ਵਾਰ ਤਾਂ ਨਾ ਲੋਕ, ਉਸ ਤੋਂ ਬਾਅਦ ਫਿਰ ਜਦੋਂ ਸੰਸਕਾਰ ਹੋਇਆ ਉਦੋਂ ਫਿਰ ਆਏ ਸੀ ਸਾਰੇ? ਹਾਂਜੀ ਸਭ ਆਏ ਸੀ। ਇਹੀ ਜੀ ਗੱਲ ਕੋਈ ਨਹੀਂ ਤੀ। ਉੱਦਾਂ ਡਰ ਬੇਸ਼ੱਕ ਗਏ ਤੇ ਉੱਦਾਂ ਗੱਲ ਕੋਈ ਨਹੀਂ ਤਾਂ ਕਰਦਾ। ਜਦੋਂ ਸਾਡੇ ਪਰਿਵਾਰ ਦਾ ਹੋਇਆ ਤਾਂ ਉਸ ਟਾਈਮ ਵੀ ਪੂਰਾ ਘਰ ਭਰਿਆ ਵਾ, ਤਾਂ ਪਿੰਡ ਦੇ ਆਉਂਦੇ ਰਹੇ ਆ ਸਾਰੇ, ਉਹ ਕਰਦੇ ਆ ਜਿਵੇਂ ਸਾਡੇ ਮਤਲਬ ਸਾਜੋ ਸਮਾਨ ਨੂੰ ਅੱਗ ਲੱਗ ਗਈ ਤੀ, ਮਤਲਬ ਪਿੰਡ ਦਿਆਂ ਨੇ ਬਿਸਤਰੇ ਕਿਆ ਹੋਰ ਕਿਆ ਜਿਹੜੇ ਸਮਾਨ ਦੀ ਲੋੜ ਤੀ ਉਹਨਾਂ ਨੇ ਦਿੱਤੇ ਪਿੰਡ ਦਿਆਂ ਨੇ। ਪਰਿਵਾਰ ਦੇ ਵਿੱਚ ਫਿਰ ਬੀਬੀ ਜੀ ਕੌਣ ਬਚਿਆ ਸੀਗਾ? ਪਰਿਵਾਰ ਦੇ ਵਿੱਚ ਪਿਤਾ ਜੀ, ਚਾਚਾ ਜੀ, 2 ਉਹਨਾਂ ਦੇ ਬੇਟੇ। ਤੇ ਬਾਕੀ ਜਦੋਂ ਹੁਣ ਪੂਰਾ ਵਾਕਿਆ ਹੁੰਦਾ ਉਸ ਤੋਂ ਕਦੇ ਤੁਹਾਨੂੰ ਪੁਲਿਸ ਦੇ ਵੱਲੋਂ ਤੋਂ ਕੋਈ ਧਮਕੀਆਂ ਦਿੱਤੀਆਂ? ਕਦੇ ਕਿਸੇ ਨੇ ਧਮਕੀ ਦਿੱਤੀ ਹੋਵੇ ਤੁਹਾਨੂੰ ਜਿਵੇਂ ਤੁਸੀਂ ਹੁਣ ਕਿਹਨੇ ਦੇਣੀ ਆ ਜੀ? ਹੁਣ ਆਪਾਂ ਪਹਿਲਾਂ ਦੇ ਸਮੇਂ ਦੀ ਗੱਲ ਕਰਦੇ ਹਾਂ ਜਦੋਂ ਬਲਵਿੰਦਰ ਜਟਾਣਾ ਜੀ ਜਿਉਂਦੇ ਸੀ, ਜਾਂ ਕੋਈ ਤਸ਼ੱਦਦ ਢਾਇਆ ਹੋਵੇ ਪਰਿਵਾਰ ਤੇ ਕਿਸੇ ਨੇ? ਹਾਂਜੀ ਉਦਾਂ ਮਤਲਬ ਆਏ ਸੀ ਨਾ, ਰੋਜ਼ ਪੁਲਿਸ ਆਉਂਦੀ ਸੀ, ਰੋਜ਼ ਪੁਲਿਸ ਨੇ ਆਉਣਾ, ਰੋਜ਼ ਕਦੇ ਕਿਤੇ ਦੀ ਨੇ ਮਤਲਬ ਪੁਲਿਸ ਰੋਜ਼ ਹੀ ਆਉਂਦੀ ਸੀ। ਔਰ ਰੋਜ਼ ਕਈ ਵਾਰ 2 ਵੀ ਵਾਰੀ ਆ ਜਾਂਦੀ ਸੀ, 2 ਵਾਰੀ ਆ ਜਾਂਦੀ ਤੇ ਸਵੇਰੇ ਕਿਸੇ ਹੋਰ ਜਗ੍ਹਾ ਤੇ ਆ ਗਈ, ਸ਼ਾਮ ਨੂੰ ਕਿਸੇ ਹੋਰ ਜਗ੍ਹਾ ਤੇ ਆ ਗਈ।
ਬਸ ਪੁਲਿਸ ਦਾ ਤਾਂ ਜਾਣੀ ਰੋਜ਼ ਦਾ ਚੱਕਰ ਹੈਗਾ ਹੀ ਤਾਂ ਨਹੀਂ ਕੋਈ ਆਇਆ ਤਾਂ ਨਹੀਂ ਕੋਈ ਜੇ ਤਸ਼ੱਦਦ ਤਾਂ ਨਹੀਂ ਕੀਤਾ ਸੀ ਪੁਲਿਸ ਮੁਲਾਜ਼ਮਾਂ ਨੇ ਕਦੇ ਵੀ? ਐ ਤਾਂ ਹੁਣ ਤੁਸੀਂ ਦੇਖ ਲਓ, ਜਿਹੜੇ ਹੁਣ ਮਾਰੇ ਆ ਇਹਦੇ ਤਸ਼ੱਦਦ ਉੱਪਰ ਨੂੰ ਹੋਰ ਕਿਆ ਹੋ ਸਕਦਾ। ਹੁਣ 4 ਮੈਂਬਰ ਘਰ ਦੇ ਖਤਮੇ ਕਰ ਦਿੱਤੇ, ਹੁਣ ਇਹਦੇ ਉੱਪਰ ਤਸ਼ੱਦਦ ਕਿਆ ਹੋਊਗਾ ਜੀ? ਕਈ ਵਾਰ ਤੁਹਾਨੂੰ ਕੋਈ ਏਦਾਂ ਦੀ ਧਮਕੀ ਜਾਂ ਕੁਝ? ਜੀ ਆਪਣਾ ਆਸੇ ਪਾਸੇ ਹੀ ਰਹਿੰਦੇ ਤੇ ਅਸੀਂ ਕਦੇ ਘਰ ਵਿੱਚ ਰਹਿ ਕੇ ਨਹੀਂ ਤਾਂ ਦੇਖਿਆ ਚੰਗੀ ਤਰ੍ਹਾਂ। ਪਹਿਲਾਂ ਮੈਂ ਪਿੰਡ ਰਹਿੰਦੀ ਸੀ, ਫਿਰ ਪਿੰਡ ਛੱਡ ਕੇ ਮਰੰਡੇ ਚਲੇ ਗਏ। ਮਰੰਡਾ ਫਿਰ ਜਦ ਉੱਥੇ ਵੀ ਪਤਾ ਲੱਗ ਗਿਆ, ਉੱਥੇ ਸਾਡੀ ਵਰਕਸ਼ਾਪ ਸੀ, ਉੱਥੇ ਵੀ ਵਰਕਸ਼ਾਪ 'ਤੇ ਲੈ ਜਾਂਦੇ ਤੇ ਇਹਨਾਂ ਨੂੰ ਵੀ, ਫਿਰ ਅਸੀਂ ਉੱਥੇ ਤੇ ਵੀ ਛੱਡ ਕੇ ਚਲੇ ਗਏ ਤੇ ਫਿਰ ਐਂ ਤਾਂ ਨਾ ਵੀ ਇੱਕ ਜਗ੍ਹਾ ਕਿਹੜੇ ਅਸੀਂ ਰਹਿੰਦੇ ਤੇ ਆਪਣਾ ਜਾਣੀ ਉਸ ਟਾਈਮ ਅਸੀਂ ਇਹ ਤਾਂ ਵੀ ਆਪਣਾ ਬਚਾਓ ਸਾਨੂੰ ਆਪ ਕਰਨਾ। ਜਿਵੇਂ ਕਿਹਾ ਜਾਂਦਾ ਕਿ ਅਜੀਤ ਪੂਲੇ ਨੇ ਪੂਰਾ ਹਨਾ ਅੱਗ ਲਾ ਕੇ ਸਾੜਤਾ ਸੀ ਪਰਿਵਾਰ ਨੂੰ, ਉਸ ਤੋਂ ਬਾਅਦ ਵੀ ਸੇਮ ਉਹੀ ਜੀ ਜਿਹੜੀ ਅਜੀਤ ਪੂਲੇ ਦੇ ਨਾਲ ਹੁੰਦੀ ਹੈ ਨਾ, ਜੇਲ੍ਹ ਦੇ ਵਿੱਚ ਉਹਨੂੰ ਸਾੜ ਦਿੱਤਾ ਜਾਂਦਾ, ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਕਿੱਦਾਂ ਦਾ ਰਿਐਕਸ਼ਨ ਸੀ ਜਾਂ ਪਰਿਵਾਰ ਦੇ ਵਿੱਚ ਵੀ ਉਸ ਦੀ ਵੀ ਮੌਤ ਹੋ ਗਈ ਜਿਹਨੇ ਪਰਿਵਾਰ ਨੂੰ ਜਿਹੜਾ ਹੈਗਾ ਜਿਉਂਦਾ ਸਾੜਿਆ ਸੀ? ਸਾਡਾ ਰਿਲੇਸ਼ਨ ਕਾ ਹੁਣ ਸਾਡੇ ਕਿਹੜੇ ਵਾਪਸ ਆ ਜਾਣੇ ਟਣੇ ਤਾਂ ਹੈ ਜੋ ਜੀ ਕਰਨੀ ਹੋਈ ਜੀ ਪਾਣੀ ਟਣੇ ਇੰਨੀ ਗੱਲ ਜ਼ਰੂਰ ਸੀ। ਚਲੋ ਜੇ ਸਾਡਾ ਪਰਿਵਾਰ ਤਾਂ ਚਲੇਗਾ, ਜਿਹੜੇ ਹੋਰ ਨਿਗਾਹ ਨੂੰ ਮਤਲਬ ਇਹੋ ਜਿਹੇ ਕੋਈ ਹੋਰ ਸਾਡੇ ਵਰਗੇ ਤਸ਼ੱਦਦ ਦਾ ਸ਼ਿਕਾਰ ਨਾ ਹੁਣ ਇਹਦੇ ਵਾਸਤੇ ਤਾਂ ਫਿਰ ਕਹਿੰਦੇ ਹੁੰਦੇ ਉਹੀ ਤਾਂ ਵੀ ਚਲੋ ਦਿਖਣਾ ਸਾਡੇ ਪਰਿਵਾਰ ਪਰ ਕਰਿਆ, ਕੱਲ੍ਹ ਨੂੰ ਹੋਰ ਕਿਸੇ ਪਰਿਵਾਰ ਪਰ ਵੀ ਕਰ ਸਕਦਾ ਤਾਂ ਇਹੋ ਜਿਹਾ ਕੰਮ। ਅੱਜ ਹੁਣ ਬੀਬੀ ਜੀ ਜਿਵੇਂ ਗੀਤ ਹਨਾ, ਹਾਲਾਂਕਿ ਬਹੁਤ ਘੱਟ ਲੋਕ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਜਾਣਦੇ ਸੀਗੇ, ਹੁਣ ਗੀਤ ਦੇ ਵਿੱਚ ਜ਼ਿਕਰ ਹੁੰਦਾ ਹਨਾ ਤਾਂ ਸਾਰੀ ਦੁਨੀਆ ਜਾਣਨ ਲੱਗੀ। ਹੁਣ ਤੁਹਾਡੇ ਕੋਲ ਵੀ ਮੀਡੀਆ ਵਾਲੇ ਆ ਰਹੇ ਨੇ, ਕੁਝ ਫਖਰ ਮਹਿਸੂਸ ਹੁੰਦਾ? ਫਖਰ ਤਾਂ ਜੀ ਪਹਿਲੀ ਘੜੀ ਤੇ ਜੀ ਬਹੁਤ ਸੀ, ਫਖਰ ਤਾਂ ਹੁੰਦਾ ਹੀ ਆ। ਜਿੱਥੇ ਫਖਰ ਮਹਿਸੂਸ ਹੁੰਦਾ ਉੱਥੇ ਦਿਲ ਨੂੰ ਦੁੱਖ ਵੀ ਬੜਾ ਹੈ। ਜਦੋਂ ਆਪਣੇ ਬਰਾਬਰ ਦੇ ਭਾਈ ਨੇ ਚਲੇ ਜਾਣਾ ਭੈਣ ਵਾਸਤੇ ਚੱਲਣਾ, ਉਹ ਵੀ ਦੁੱਖ ਬਹੁਤ ਆ। ਜਿੱਥੇ ਫਖਰ ਆ ਉੱਥੇ ਦੁੱਖ ਵੀ ਬਹੁਤ। ਲੱਗਦਾ ਇੱਕ ਵਾਰੀ ਫਿਰ ਦੁਨੀਆ ਦੇ ਵਿੱਚ ਦੁਨੀਆ ਜ਼ਿਕਰ ਕਰ ਰਹੀ ਹੈ ਭਾਈ ਬਲਵਿੰਦਰ ਸਿੰਘ ਜਟਾਣਾ ਦਾ, ਅੱਜ ਹਰ ਇੱਕ ਦੀ ਜ਼ੁਬਾਨ ਤੇ ਨਾਮ ਹੈ। ਕਦੇ ਹੁਣ ਮੈਂ ਪਿੰਡ ਵਿੱਚ ਦੁੱਧ ਲੈਣ ਜਾਂਦੀ ਆ, ਬਾਹਰ ਨਿਕਲਦੀ ਆ, ਜਦੋਂ ਕਰਦੀ ਆ ਮੈਨੂੰ ਸਾਰੀਆਂ ਜਨਾਨੀਆਂ ਕਿਆ ਬੱਚੇ ਕਿਆ ਉਹ ਕਹਿੰਦੇ ਆ ਵੀ ਆਂਟੀ ਸਾਨੂੰ ਪਤਾ ਹੀ ਨਹੀਂ ਤਾਂ ਹੈਗਾ ਵੀ ਤੁਹਾਡਾ ਉਹ ਜਦ ਬੱਚੇ ਕਹਿੰਦੇ ਆ ਮਤਲਬ ਜਿਹੜੇ ਨਵੇਂ ਆ ਉਹਦੇ ਮਤਲਬ ਉਹ ਕਹਿੰਦੇ ਆ ਹੋਰ ਤਾਂ ਫਿਰ ਬੜਾ ਕਹਿੰਦੇ ਹੁੰਦੇ ਉਹ ਜਿਹੜੇ ਜਾਣਦੇ ਆ ਚਲੋ ਉਹ ਤਾਂ ਜਾਣਦੇ ਹੀ ਆ, ਜਿਹੜੇ ਮੇਰੀ ਉਮਰ ਦੇ ਆ ਜਾਂ ਮੇਰੇ ਵੱਡੇ ਆ ਉਹ ਤਾਂ ਜਾਣਦੇ ਹੀ ਆ ਵੀ ਇਹ ਉਹਨਾਂ ਦੀ ਭੈਣ ਆ। ਪਰ ਜਿਹੜੇ ਨਹੀਂ ਜਾਣਦੇ ਤੇ ਅੱਜ ਉਹ ਵੀ ਪੁੱਛਦੇ ਆ ਵੀ ਸਾਨੂੰ ਤਾਂ ਪਤਾ ਹੀ ਨਹੀਂ ਤਾਂ ਹੈਗਾ। ਉਹ ਵੀ ਬੱਚੇ ਵੀ ਕਹਿੰਦੇ ਆ ਜੀ ਵੀ ਅਸੀਂ ਤਾਂ ਪਤਾ ਹੀ ਨਹੀਂ ਤਾਂ ਹੈਗਾ ਸਾਨੂੰ ਤਾਂ ਵੀ ਤੁਹਾਡਾ ਵੀ ਭਰਾ ਸੀ, ਕਹਿੰਦੇ ਨਾ ਸਾਨੂੰ ਪਤਾ ਸੀ ਵੀ ਐਡਾ ਬੜਾ ਉਹ ਯੋਧਾ ਸੀ ਜਾਂ ਹੋਰ ਉਹ ਸੀ। ਕਹਿੰਦੇ ਅਸੀਂ ਤਾਂ ਸੋਚਦੇ ਤੇ ਵੀ ਹੁਣ ਅਸੀਂ ਪੁੱਛਦੇ ਆ ਆਪਣੇ ਜਦ ਮਾਂ ਬਾਪਾਂ ਨੂੰ ਪੁੱਛਦੇ ਆ ਵੀ ਸਾਡੇ ਡੈਡੀ ਤਾਂ ਥੋੜ੍ਹਾ ਬਹੁਤ ਦੱਸ ਦਿੰਦੇ ਆ, ਸਾਡੀਆਂ ਮੰਮੀ ਹੋਰਾਂ ਨੂੰ ਕੁਛ ਵੀ ਨਹੀਂ ਪਤਾ ਹੈਗਾ ਇਹਨਾਂ ਬਾਰੇ, ਕਿਉਂਕਿ ਹੁਣ ਉਹ ਬਗਾਨੇ ਉਤੇ ਆਏ ਵੇ ਤੇ ਜਦੋਂ ਹੁਣ ਤੁਹਾਡੀ ਜ਼ਿੰਦਗੀ ਜਿਹੜੀ ਵਧੀਆ ਚੱਲ ਰਹੀ ਹੈ, ਪਟੜੀ ਤੇ ਆ ਗਈ ਹੈ ਹੁਣ? ਠੀਕ ਚੱਲਦੀ ਹੈ ਜੀ, ਹੁਣ ਵਧੀਆ ਚੱਲਦੀ ਹੈ। ਕਿੰਨੇ ਬੱਚੇ ਨੇ ਤੁਹਾਡੇ? ਬੱਚੇ 2 ਆ ਜੀ। ਤੇ ਫਿਰ ਹੁਣ ਤੁਹਾਡਾ ਕੰਮ ਕਰ ਸਿਲਾਈ ਕਢਾਈ ਸਿਲਾਈ ਦਾ ਹੀ? ਮੈਂ ਪਹਿਲੇ ਹੀ ਕੁਆਰੀ ਤੇ ਲਾ ਕੇ ਸਿਲਾਈ ਕਰਦੀ ਹਾਂ, ਅੱਜ ਦੀ ਨਹੀਂ ਕਰਦੀ ਹੈਗੀ, ਕੁਆਰੀ ਤੇ ਲਿਆ ਕੇ ਸਿਲਾਈ ਕਰਦੀ। ਸਿਲਾਈ ਦਾ ਕੰਮ ਤਾਂ ਬੜਾ ਆਉਂਦਾ ਹੈ ਜੀ, ਮੇਰੇ ਕੋਲ ਇੰਨਾ ਕੰਮ ਹੁੰਦਾ ਨਹੀਂ ਜਿੰਨਾ ਮੇਰੇ ਕੋਲ ਕਹਿੰਦੇ ਹੁੰਦੇ ਢੇਰ ਲੱਗਾ ਰਹਿੰਦਾ ਕੰਮ ਦਾ। ਹੁਣ ਕਈ ਦਿਨ ਹੋ ਗਏ ਮੈਂ ਕੰਮ ਕਰਿਆ ਨਹੀਂ, ਮੇਰੇ ਸਗੋਂ ਅੰਦਰ ਵੀ ਬੈੱਡ ਪਰ ਲਿਫਾਫੇ ਪਏ ਆ, ਜੇ ਕੋਈ ਕਹੂਗਾ ਵੀ ਕਿੰਨੇ ਕੁ ਲਿਫਾਫੇ ਖਿਲਾਰੇ ਵੇ ਆ, ਇੱਥੇ ਵੀ ਲਿਫਾਫੇ ਹੋਏ ਵੇ ਆ ਮੈਨੂੰ, ਨਹੀਂ ਤਾਂ ਨਾਲ ਦੀ ਨਾਲ ਕੱਢ ਹੋਈ ਜਾਂਦੇ ਆ ਕੰਮ। ਧੰਨਵਾਦ ਜੀ ਗੱਲ ਕਰਨ ਦੇ। ਹਾਂਜੀ ਕੰਮ ਜੀ ਮੈਂ ਸਾਰੇ ਕਰਦੀ ਰਹੀ ਤਾਂ ਇਹ ਸਨ ਬੀਬੀ ਸੁਰਿੰਦਰ ਕੌਰ ਜੋ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦੇ ਭੈਣ ਹੈਗੇ ਨੇ। ਹਾਲਾਂਕਿ ਸਾਰਾ ਪਰਿਵਾਰ ਸੜ ਗਿਆ ਸੀਗਾ, ਜ਼ਿੰਦਾ ਸਾੜ ਦਿੱਤਾ ਗਿਆ ਸੀਗਾ, ਪੂਰੇ ਘਰ ਨੂੰ ਅੱਗ ਲਾ ਦਿੱਤੀ ਸੀ, ਪਰ ਇਹ ਬਚ ਗਏ ਸਨ ਕਿਉਂਕਿ ਇਹਨਾਂ ਦਾ ਵਿਆਹ ਹੋਇਆ ਸੀ। ਤੇ ਪਰ ਇਹਨਾਂ ਦੇ ਜਿਹੜੇ ਬੇਟਾ ਸੀਗਾ, ਜਿਹੜਾ ਅਪਾਹਜ ਬੇਟਾ ਜ਼ਿਕਰ ਹੁੰਦਾ ਕਿ ਇੱਕ ਅਪਾਹਜ ਜਿਹੜਾ ਬੱਚਾ ਸੀਗਾ ਉਹ ਵੀ ਸੜ ਗਿਆ, ਤਾਂ ਇਹਨਾਂ ਦਾ ਉਹ ਬੇਟਾ ਸੀਗਾ। ਤਾਂ ਕਿਤੇ ਨਾ ਕਿਤੇ ਜਿੱਥੇ ਫਖਰ ਮਹਿਸੂਸ ਕਰ ਰਹੇ ਨੇ ਕਿ ਅੱਜ ਹਰ ਇੱਕ ਸ਼ਖਸ ਦੀ ਜ਼ੁਬਾਨ ਤੇ, ਅੱਜ ਬੱਚੇ ਦੀ ਜ਼ੁਬਾਨ ਤੇ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਨਾਮ ਹੈਗਾ, ਤਾਂ ਕਿਤੇ ਨਾ ਕਿਤੇ
ਉਹ ਜ਼ਖਮ ਵੀ ਜਿਹੜੇ ਹੈਗੇ ਨੇ ਜ਼ਰੂਰ ਹਾਰੇ ਹੋ ਗਏ ਨੇ, ਕਿਉਂਕਿ ਜਿਨ੍ਹਾਂ ਨੇ ਪਿੰਡੇ ਤੇ ਚੀਜ਼ਾਂ ਹੰਡਾਈਆਂ ਹੁੰਦੀਆਂ ਨੇ ਤਾਂ ਉਹ ਚੰਗੀ ਤਰ੍ਹਾਂ ਦੁੱਖ ਨੂੰ ਜਿਹੜੇ ਹੈਗੇ ਜਾਣਦੇ ਹੁੰਦੇ ਨੇ। ਚਲੋ ਅਸੀਂ ਵੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਡੇ ਰੂਬਰੂ ਜਿਹੜਾ ਹੈਗਾ ਕਰਵਾਇਆ ਜਾਵੇ, ਕਿਉਂਕਿ ਸਾਰੀ ਕਹਾਣੀ ਜਿਹੜੀ ਦਾਸਤਾਨ ਹੈਗੀ ਆ ਉਹ ਜ਼ੁਬਾਨ ਦੇ ਨਾਲ ਚੰਗੀ ਤਰ੍ਹਾਂ ਦੱਸ ਸਕਦੇ ਹੁੰਦੇ ਨੇ। ਫਿਲਹਾਲ ਕੈਮਰਾਮੈਨ ਗੁਰੀ ਦੇ ਨਾਲ ਕਮਲਦੀਪ ਕੌਰ, ਚਮਕੌਰ ਸਾਹਿਬ।